ਕੈਨੇਡੀਅਨ ਸਾ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ। ਖਬਰਾਂ ਦਾ ਬੁਲੇਟਿਨ ਲੈ ਕੇ ਮੈਂ ਸ਼ੀਤਲ ਠਾਕੁਰ ਹਾਜ਼ਰ ਹੋ ਚੁੱਕੀ ਹਾਂ। ਆਓ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਬਾਈਡਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਦੱਸਿਆ ਯੁੱਧ ਅਪਰਾਧੀ, ਯੂਕਰੇਨ ਨੂੰ ਭੇਜੀ ਵਿੱਤੀ ਅਤੇ ਜੰਗੀ ਮਦਦ। ਅਮਰੀਕੀ ਸੰਸਦ ਦੇ ਵਿੱਚ ਬੋਲੇ ਜ਼ੈਲੈਂਸਕੀ, ਸਾਨੂੰ ਹੁਣ ਤੁਹਾਡੀ ਲੋੜ ਹੈ। 9/11 ਹਮਲੇ ਦਾ ਪਾਕਿਸਤਾਨੀ ਮਾਸਟਰਮਾਈਂਡ ਮੌਤ ਦੀ ਸਜ਼ਾ ਤੋਂ ਬਚ ਸਕਦਾ ਹੈ, ਰਿਪੋਰਟ ਨੇ ਕਿਹਾ। 1 ਅਪ੍ਰੈਲ ਤੋਂ ਟਰੈਵਲਸ ਨੂੰ ਨਹੀਂ ਵਿਖਾਉਣਾ ਹੋਵੇਗਾ ਨੈਗੇਟਿਵ ਸਬੂਤ। ਯੂਕਰੇਨ ਦੀ ਅਪੀਲ ਦੇ ਬਾਵਜੂਦ ਸਾਰਿਆਂ ਦੀ ਭਲਾਈ ਦੇ ਲਈ ਸਖਤ ਫੈਸਲੇ ਲੈਣੇ ਪੈਣਗੇ, ਕਿਹਾ ਜਸਟਿਨ ਟਰੂਡੋ ਨੇ। ਟੈਕਸਸ ਦੇ ਵਿੱਚ ਹੋਏ ਹਾਦਸੇ ਦੇ ਵਿੱਚ 9 ਹਲਾਕ, ਓਨਟਾਰੀਓ ਦੇ 2 ਵਿਦਿਆਰਥੀ ਹੋਏ ਜ਼ਖਮੀ। ਸੀਐਮ ਮਾਨ ਨੇ ਦਿੱਤੀਆਂ ਹੋਲੀ ਦੀਆਂ ਵਧਾਈਆਂ, ਕਿਹਾ ਰੰਗਾਂ ਦਾ ਤਿਉਹਾਰ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਲਿਆਵੇ ਖੁਸ਼ਹਾਲੀ। ਜਬਲਪੁਰ ਦੇ ਵਿੱਚ ਡਾਕਟਰ ਜੋੜੇ ਦੇ ਘਰ ਛਾਪੇਮਾਰੀ, ਮਿਲੀ 5.44 ਕਰੋੜ ਦੀ ਬੇਨਾਮੀ ਜਾਇਦਾਦ। ਕੋਵਿਡ-19 ਟੀਕਾਕਰਨ, ਜਿੰਦ ਦੇ ਵਿੱਚ ਬੱਚਿਆਂ ਦੇ ਲਈ ਨਹੀਂ ਪਹੁੰਚੀ ਵੈਕਸੀਨ। ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਆਰੰਭ ਹੋਵੇਗਾ ਹੋਲੇ ਮਹੱਲੇ ਦਾ ਦੂਜਾ ਪੜਾਅ। ਮੌਸਮ ਨੇ ਬਦਲਿਆ ਮਿਜਾਜ਼, ਰਾਤ ਦਾ ਤਾਪਮਾਨ ਵਧਣ ਤੇ ਪੱਖੇ ਤੇ ਕੂਲਰਾਂ ਦਾ ਦੌਰ ਹੋਇਆ ਸ਼ੁਰੂ। ਪੰਜਾਬ ਦੇ ਲੋਕਾਂ ਦੇ ਲਈ ਬੁਰੀ ਖਬਰ, ਕੋਲਾ ਸੰਕਟ ਦੇ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖਦਸ਼ਾ। ਸ਼੍ਰੀਨਗਰ ਦੇ ਵਿੱਚ ਸਰਪੰਚ ਦੇ ਕਤਲ ਦੇ ਵਿੱਚ ਸ਼ਾਮਲ ਲਸ਼ਕਰ ਦੇ 3 ਆਤੰਕਵਾਦੀ ਹੋਏ ਢੇਰ। ਹੁਣ ਖਬਰਾਂ ਵਿਸਥਾਰ ਨਾਲ। ਯੂਕਰੇਨ ਦੇ ਰੂਸ ਦੇ ਹਮਲੇ ਤੇ ਆਮ ਨਾਗਰਿਕਾਂ ਤੇ ਪਏ ਵਿਨਾਸ਼ਕਾਰੀ ਪ੍ਰਭਾਵ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮਿਰ ਪੁਤਿਨ ਨੂੰ ਯੁੱਧ ਅਪਰਾਧੀ ਦੱਸਿਆ। ਬਾਈਡਨ ਨੇ ਵਾਈਟ ਹਾਊਸ ਦੇ ਵਿੱਚ ਇੱਕ ਸਮਾਰੋਹ ਦੇ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੁਤਿਨ ਇੱਕ ਜੰਗੀ ਅਪਰਾਧੀ ਹੈ। ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਪੁਤਿਨ ਜੰਗੀ ਅਪਰਾਧੀ ਹੈ, ਜਿਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਸ਼ਬਦ ਕਹੇ। ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਪੁਤਿਨ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ। ਇਸ ਤੋਂ ਥੋੜੀ ਦੇਰ ਬਾਅਦ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਦੀਆਂ ਟਿੱਪਣੀਆਂ ਹੀ ਕਾਫੀ ਨੇ। ਅਸੀਂ ਉਹਨਾਂ ਦੇ ਕਿਨੌਣੇ ਤਾਨਾਸ਼ਾਹ ਦੀਆਂ ਜਿਹੜੀਆਂ ਕਾਰਵਾਈਆਂ ਟੈਲੀਵਿਜ਼ਨ ਤੇ ਦੇਖੀਆਂ, ਉਸ ਆਧਾਰ ਦੇ ਦਿਲ ਤੋਂ ਬੋਲ ਰਹੇ ਹੋ। ਇਸ ਤੋਂ ਪਹਿਲਾਂ ਬਾਈਡਨ ਨੇ ਯੂਕਰੇਨ ਦੇ ਲਈ 80 ਕਰੋੜ ਡਾਲਰ ਦੀ ਵਾਧੂ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ ਅਤੇ ਇਸ ਦੇ ਨਾਲ ਅਮਰੀਕਾ ਦੇ 1 ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਯੂਕਰੇਨ ਨੂੰ 1 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਬਾਈਡਨ ਨੇ ਕਿਹਾ ਕਿ ਪੁਤਿਨ ਯੂਕਰੇਨ ਦੇ ਵਿੱਚ ਭਿਆਨਕ ਤਬਾਹੀ ਅਤੇ ਦਹਿਸ਼ਤ ਪੈਦਾ ਕਰ ਰਹੇ ਨੇ। ਇਮਾਰਤਾਂ, ਮੈਟਰਨਿਟੀ ਵਾਰਡ, ਹਸਪਤਾਲ ਤੇ ਬੰਬਾਰੀ ਕਰ ਰਿਹਾ ਹੈ। ਮੇਰਾ ਮਤਲਬ ਹੈ ਕਿ ਇਹ ਬਹੁਤ ਹੀ ਭਿਆਨਕ ਹੈ। ਮੈਂ ਇਸ ਬਾਰੇ ਆਪਣੇ ਪਿੱਛੇ ਖੜੇ ਸਾਰੇ ਕਮਾਂਡਰ ਜਨਰਲ ਮਿਲੇ ਦੇ ਨਾਲ ਗੱਲ ਕਰ ਰਿਹਾ। ਮੈਨੂੰ ਲੱਗਦਾ ਹੈ ਕਿ ਹੈਰਾਨ ਕਰਨ ਵਾਲਾ ਹੈ। ਅਸੀਂ ਕੱਲ ਰਿਪੋਰਟਾਂ ਵੇਖੀਆਂ ਸਨ ਕਿ ਰੂਸੀ ਬਲਾਂ ਨੇ ਮਾਰੀਓਪੋਲ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਸੈਂਕੜੇ ਡਾਕਟਰ ਅਤੇ ਮਰੀਜ਼ਾਂ ਨੂੰ ਬੰਧਕ ਬਣਾ ਲਿਆ ਸੀ। ਉਹਨਾਂ ਨੇ ਕਿਹਾ ਕਿ ਇਹ ਵਧੀਕੀਆਂ ਹਨ। ਇਹ ਦੁਨੀਆ ਦੇ ਲਈ ਗੁੱਸੇ ਦਾ ਮਾਮਲਾ ਹੈ ਤੇ ਯੂਕਰੇਨ ਦੇ ਪ੍ਰਤੀ ਸਮਰਥਨ ਦੇ ਲਈ ਦੁਨੀਆ ਇਕਜੁੱਟ ਹੈ। ਅਮਰੀਕਾ ਆਪਣੇ ਸਹਿਯੋਗੀਆਂ ਤੇ ਭਾਈਵਾਲਾਂ ਦੇ ਨਾਲ ਇਸ ਕੋਸ਼ਿਸ਼ ਦੀ ਅਗਵਾਈ ਕਰ ਰਿਹਾ ਹੈ ਕਿ ਸੁਰੱਖਿਆ ਦੇ ਮਾਨਵਤਾਵਾਦੀ ਸਹਾਇਤਾ ਦੇ ਵੱਡੇ ਪੱਧਰ ਪ੍ਰਦਾਨ ਕਰ ਰਿਹਾ ਹੈ। ਅਸੀਂ ਅੱਜ ਇਸ ਸਹਾਇਤਾ ਦਾ ਵਿਸਥਾਰ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਕਰਨਾ ਜਾਰੀ ਰੱਖਾਂਗੇ। ਉਹਨਾਂ ਨੇ ਕਿਹਾ ਕਿ ਅਮਰੀਕਾ ਉਸਦੇ ਸਹਿਯੋਗੀਆਂ ਤੇ ਭਾਈਵਾਲ ਪਾਬੰਦੀਆਂ ਲਗਾ ਕੇ ਪੁਤਿਨ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਰਿਹਾ ਹੈ ਅਤੇ ਇਹ ਪਾਬੰਦੀਆਂ ਹੋਰ ਸਖਤ ਕੀਤੀਆਂ ਜਾਣਗੀਆਂ। ਬਾਈਡਨ ਨੇ ਕਿਹਾ ਕਿ ਯੂਕਰੇਨ ਨੂੰ ਦਿੱਤੇ ਗਏ ਨਵੇਂ ਸੁਰੱਖਿਆ ਪੈਕੇਜ ਦੇ ਵਿੱਚ 800 ਐਂਟੀ 에ਅਰਕ੍ਰਾਫਟ ਸਿਸਟਮ, 9000 ਹਥਿਆਰਬੰਦ ਐਂਟੀ ਵਾਹਨ ਸਿਸਟਮ, 7000 ਛੋਟੇ ਹਥਿਆਰ, ਮਸ਼ੀਨ ਗਨ, ਸ਼ਾਟਗਨ ਅਤੇ ਗ੍ਰੇਨੇਡ ਲਾਂਚਰ ਸ਼ਾਮਲ ਨੇ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਨੇ ਰੂਸ ਦੇ ਖਿਲਾਫ ਯੂਕਰੇਨ ਦੀ ਲੜਾਈ ਦੇ ਵਿੱਚ ਅਮਰੀਕੀ ਸੰਸਦ ਤੋਂ ਹੋਰ ਜ਼ਿਆਦਾ ਮਦਦ ਦੀ ਅਪੀਲ ਕਰਦਿਆਂ ਹੋਇਆਂ ਪਰਲ ਹਾਰਬਰ ਤੇ 11 ਸਤੰਬਰ 2021 ਨੂੰ ਹੋਏ ਆਤੰਕਵਾਦੀ ਹਮਲਾ ਦਾ ਬੁੱਧਵਾਰ ਨੂੰ ਜ਼ਿਕਰ ਕੀਤਾ। ਅਮਰੀਕੀ ਸੰਸਦ ਭਵਨ ਕੰਪਲੈਕਸ ਦੇ ਵਿੱਚ ਸੰਬੋਧਨ ਦੇ ਵਿੱਚ ਜ਼ੈਲੈਂਸਕੀ ਨੇ ਕਿਹਾ ਕਿ ਸਾਨੂੰ ਹੁਣ ਤੁਹਾਡੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਹੋਰ ਜ਼ਿਆਦਾ ਦੀ ਅਪੀਲ ਕਰਦਾ। ਜ਼ੈਲੈਂਸਕੀ ਨੇ ਕਿਹਾ ਕਿ ਅਮਰੀਕਾ ਨੂੰ ਰੂਸੀ ਸੰਸਦ ਮੈਂਬਰਾਂ ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਤੇ ਰੂਸ ਤੋਂ ਦਰਾਮਦ ਰੋਕ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਜੰਗ ਦੇ ਨਾਲ ਹੋਈ ਤਬਾਹੀ ਅਤੇ ਵਿਨਾਸ਼ ਦੀ ਇੱਕ ਵੀਡੀਓ ਸੰਸਦ ਮੈਂਬਰਾਂ ਦੇ ਨਾਲ ਭਰੇ ਇੱਕ ਆਡੀਟੋਰੀਅਮ ਦੇ ਵਿੱਚ ਵਿਖਾਈ। ਉਹਨਾਂ ਨੇ ਕਿਹਾ ਕਿ ਯੂਕਰੇਨ ਪਿੱਛੇ ਨਹੀਂ ਹਟੇਗਾ। ਰੂਸ ਨੇ ਸਾਡੇ ਅਧਿਕਾਰਾਂ ਤੇ ਹਮਲਾ ਕੀਤਾ ਹੈ। ਹੁਣ ਤੱਕ ਰੂਸ ਨੇ ਹਜ਼ਾਰਾਂ ਤੋਂ ਵੀ ਜ਼ਿਆਦਾ ਮਿਜ਼ਾਈਲਾਂ ਸੁੱਟੀਆਂ ਨੇ। ਉਹਨਾਂ ਨੇ ਰੂਸੀਆਂ ਤੇ ਹੋਰ ਆਰਥਿਕ ਪਾਬੰਦੀਆਂ ਦੀ ਮੰਗ ਕਰਦਿਆਂ ਕਿਹਾ ਕਿ ਆਮਦਨ ਨਾਲੋਂ ਜ਼ਿਆਦਾ ਮਹੱਤਵਪੂਰਨ ਸ਼ਾਂਤੀ ਹੈ। ਉਹਨਾਂ ਨੇ ਸੰਬੋਧਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਸੰਸਦ ਮੈਂਬਰਾਂ ਨੇ ਆਪਣੀਆਂ ਸੀਟਾਂ ਤੇ ਖੜੇ ਹੋ ਕੇ ਉਹਨਾਂ ਦਾ ਸਵਾਗਤ ਕੀਤਾ। ਉਧਰ ਅਮਰੀਕੀ ਵਕੀਲਾਂ ਨੇ ਪਾਕਿਸਤਾਨੀ ਆਤੰਕਵਾਦੀ 9/11 ਦੇ ਹਮਲੇ ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਅਤੇ ਗੁਆਂਤਾਨਾਮੋ ਬੇ ਨਜ਼ਰਬੰਦੀ ਕੈਂਪ ਦੇ ਵਿੱਚ ਬੰਦ 4 ਹੋਰ ਲੋਕਾਂ ਦੇ ਨਾਲ ਇੱਕ ਸਮਝੌਤੇ ਦੇ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਸਮਝੌਤੇ ਦੇ ਨਤੀਜੇ ਵਜੋਂ ਇਹਨਾਂ ਕੈਦੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਇੱਕ ਮੀਡੀਆ ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ। ਅਖਬਾਰ ਦਾ ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਅਜਿਹਾ ਹੋਣ ਦੇ ਨਾਲ ਮੌਤ ਦੀ ਸਜ਼ਾ ਦੀ ਵਕਾਲਤ ਕਰ ਰਹੇ ਪੀੜਤ ਪਰਿਵਾਰਾਂ ਨੂੰ ਨਿਰਾਸ਼ਾ ਹੋਵੇਗੀ। 11 ਸਤੰਬਰ 2001 ਨੂੰ ਨਿਊਯਾਰਕ ਦੇ ਵਿੱਚ ਹੋਏ ਇੱਕ ਆਤੰਕਵਾਦੀ ਹਮਲੇ ਦੇ ਵਿੱਚ ਵਰਲਡ ਟ੍ਰੇਡ ਸੈਂਟਰ ਦੇ 2 ਟਾਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਦੇ ਵਿੱਚ ਕਈ ਭਾਰਤੀਆਂ ਦੇ ਸਮੇਤ ਲਗਭਗ 3000 ਲੋਕ ਮਾਰੇ ਗਏ ਨੇ। ਅਖਬਾਰ ਦੇ ਅਨੁਸਾਰ ਜਲਦੀ ਹੀ ਕੋਈ ਸਮਝੌਤਾ ਹੋਣ ਦੀ ਉਮੀਦ ਨਹੀਂ ਹੈ, ਪਰ ਦੋਸ਼ੀ ਦੀਆਂ ਦਲੀਲਾਂ ਤੋਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੂੰ ਗੁਆਂਟਾਨਾਮੋ ਬੇ ਦੇ ਵਿੱਚ ਨਜ਼ਰਬੰਦੀ ਕਾਰਵਾਈ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਨੂੰ ਬਦਲਣਾ ਪੈ ਸਕਦਾ ਹੈ। ਇਸ ਦੇ ਬਜਾਏ ਕੁਝ ਹੋਰ ਲੋਕਾਂ ਦੇ ਲਈ ਇੱਕ ਫੌਜੀ ਜੇਲ੍ਹ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਰਿਪੋਰਟ ਦੇ ਅਨੁਸਾਰ 58 ਸਾਲਾ ਸ਼ੇਖ ਅਤੇ 4 ਹੋਰ ਸ਼ਹਿ ਮੁਲਾਜ਼ਮਾਂ ਦੇ ਲਈ ਇਸਤਗਾਸਾ ਪੱਖ ਨੇ ਵਕੀਲਾਂ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਇੱਕ ਸੰਭਾਵੀ ਸਮਝੌਤੇ ਤੇ
ਗੱਲਬਾਤ ਕੀਤੀ ਜਾ ਸਕੇ, ਜਿਸ ਦੇ ਨਾਲ ਮੌਤ ਦੀ ਸਜ਼ਾ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕਦਾ ਹੈ। ਅਖਬਾਰ ਦੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਗੁਆਂਟਾਨਾਮੋ ਬੇ ਦੇ ਵਿੱਚ ਚੱਲ ਰਹੇ ਕੇਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਕੇਸ ਸ਼ੁਰੂ ਹੋਣ ਤੋਂ ਲਗਭਗ 1 ਦਹਾਕੇ ਤੱਕ ਮੁਕੱਦਮੇ ਦੀ ਤਾਰੀਖ ਤੈਅ ਨਹੀਂ ਕੀਤੀ ਗਈ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਦੌਰਾਨ ਅਜਿਹੀ ਗੱਲਬਾਤ ਦੀਆਂ ਕੋਸ਼ਿਸ਼ਾਂ ਸਫਲ ਰਹੀਆਂ ਹਨ ਅਤੇ ਦੋਸ਼ੀ ਸਾਜ਼ਿਸ਼ਕਾਰਾਂ ਨੇ ਮੰਗ ਕੀਤੀ ਹੈ ਕਿ ਉਹ ਗੁਆਂਟਾਨਾਮੋ ਦੇ ਵਿੱਚ ਆਪਣੀ ਸਜ਼ਾ ਕੱਟਣਾ ਚਾਹੁੰਦੇ ਨੇ, ਜਿੱਥੇ ਉਹ ਪ੍ਰਾਰਥਨਾ ਅਤੇ ਸਮੂਹਾਂ ਦੇ ਵਿੱਚ ਭੋਜਨ ਕਰ ਸਕਦੇ ਨੇ। ਰਿਪੋਰਟ ਦੇ ਮੁਤਾਬਕ ਦੋਸ਼ੀ ਕੋਲੋਰਾਡੋ ਦੀ ਸੁਪਰਮੈਕਸ ਜੇਲ੍ਹ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਜਿੱਥੇ ਕੈਦੀਆਂ ਨੂੰ 23 ਘੰਟੇ ਤੱਕ ਇਕਾਂਤਵਾਸ ਦੇ ਵਿੱਚ ਰੱਖਿਆ ਜਾਂਦਾ ਹੈ। ਕੇਸ ਦੇ ਮੁੱਖ ਵਕੀਲ ਕਲਿੰਟਨ ਟ੍ਰਾਈਵੇਟ ਨੇ ਬਚਾਅ ਟੀਮ ਨੂੰ ਇਹ ਚਰਚਾ ਕਰਨ ਦੇ ਲਈ ਲਿਖਿਆ ਹੈ ਕਿ ਸਾਰੇ 5 ਕੇਸਾਂ ਦੇ ਲਈ ਪ੍ਰੀ ਟ੍ਰਾਇਲ ਨਿਪਟਾਰਾ ਸੰਭਵ ਹੈ। ਰਿਪੋਰਟ ਦੇ ਵਿੱਚ ਅੱਗੇ ਵੀ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਇੱਕ ਮੁੱਖ ਮੁੱਦਾ ਇਹ ਹੈ ਕਿ ਸ਼ੇਖ ਦੇ ਇਲਾਵਾ ਕਿੰਨੇ ਦੋਸ਼ੀ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਕੱਟਣਗੇ ਅਤੇ ਕੀ ਕੁਝ ਹਮਲਿਆਂ ਦੇ ਵਿੱਚ ਘੱਟ ਭੂਮਿਕਾਵਾਂ ਵਾਲੇ ਦੋਸ਼ੀਆਂ ਨੂੰ ਛੋਟੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। 2 ਦੋਸ਼ੀਆਂ ਸਾਊਦੀ ਕੈਦੀ ਮੁਸਤਫਾ ਅਲ ਹੋਸਾਵੀ ਅਤੇ ਪਾਕਿਸਤਾਨੀ ਨਾਗਰਿਕ ਅਤੇ ਸ਼ੇਖ ਦੇ ਭਤੀਜੇ ਅਮਰ ਅਲ ਬਲੂਚੀ ਦੇ ਵਕੀਲਾਂ ਨੇ ਆਪਣੇ ਕਲਾਇੰਟਾਂ ਨੂੰ ਦੱਸਿਆ ਹੈ ਕਿ ਉਹ 9/11 ਦੀ ਸਾਜ਼ਿਸ਼ ਤੋਂ ਅਣਜਾਣ ਹਨ। ਮੁਲਾਜ਼ਮਾਂ ਨੇ UAE ਤੋਂ ਪੈਸੇ ਟ੍ਰਾਂਸਫਰ ਅਤੇ ਯਾਤਰਾ ਦੇ ਪ੍ਰਬੰਧਾਂ ਦੇ ਵਿੱਚ ਵੀ ਅਗਵਾਕਾਰਾਂ ਦੀ ਮਦਦ ਕੀਤੀ ਸੀ। ਹੁਣ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਬਹੁਤੇ ਟਰੈਵਲਰਸ ਨੂੰ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਨਹੀਂ ਵਿਖਾਉਣੀ ਪਵੇਗੀ। 1 ਅਪ੍ਰੈਲ ਤੋਂ ਫੈਡਰਲ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਸ ਦੇ ਕੋਲ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਵਿਖਾਉਣ ਵਾਲਾ ਨਿਯਮ ਹਟਾਇਆ ਜਾ ਰਿਹਾ ਹੈ, ਪਰ 에ਅਰਪੋਰਟ ਦੇ ਉੱਤੇ ਯਾਤਰੀਆਂ ਨੂੰ ਅਚਨਚੇਤੀ PCR ਟੈਸਟਿੰਗ ਦੇ ਲਈ ਚੁਣਿਆ ਜਾ ਸਕਦਾ ਹੈ। ਸਿਹਤ ਮੰਤਰੀ ਜੀਨਯੇਵੇਸ ਡਗਲਸ, ਟਰਾਂਸਪੋਰਟ ਮੰਤਰੀ ਉਮਰ ਅਲ ਘਬਰਾ ਤੇ ਟੂਰਿਜ਼ਮ ਮੰਤਰੀ ਰੈਂਡੀ ਬੋਇਨਸਨੌਲਟ ਵੱਲੋਂ ਮਹਾਮਾਰੀ ਸੰਬੰਧੀ ਨਿਯਮਾਂ ਦੇ ਵਿੱਚ ਢਿੱਲ ਦੇਣ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ। ਬਾਰਡਰ ਨਿਯਮਾਂ ਦੇ ਅਨੁਸਾਰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਸ ਨੂੰ ਹੈਲਥ ਪ੍ਰੋਫੈਸ਼ਨਲ ਦੇ ਵੱਲੋਂ ਕੀਤੇ ਗਏ ਰੈਪਿਡ ਐਂਟੀਜਨ ਟੈਸਟ ਦੀ ਨੈਗੇਟਿਵ ਰਿਪੋਰਟ, ਜੋ ਕਿ ਨਿਰਧਾਰਿਤ ਫਲਾਈਟ ਤੋਂ ਪਹਿਲਾਂ ਹੀ ਲਈ ਗਈ ਹੋਵੇਗੀ, ਵਿਖਾਉਣੀ ਪਵੇਗੀ। ਇਸ ਟੈਸਟ ਵਾਲੀ ਸ਼ਰਤ ਨੂੰ ਹਟਾਉਣ ਦੀ ਮੰਗ ਟਰੈਵਲਰਸ ਨੂੰ ਟੂਰਿਜ਼ਮ ਆਰਗੇਨਾਈਜੇਸ਼ਨ ਦੇ ਨਾਲ-ਨਾਲ ਸਰਹੱਦੀ ਟਾਊਨਸ ਦੇ ਮੇਅਰ ਦੇ ਵੱਲੋਂ ਕਦੋਂ ਤੋਂ ਕੀਤੀ ਜਾ ਰਹੀ ਹੈ। ਇਹਨਾਂ ਵੱਲੋਂ ਆਖਿਆ ਇਹ ਵੀ ਜਾ ਰਿਹਾ ਹੈ ਕਿ ਇਸ ਨਿਯਮ ਦੀ ਸਾਇੰਸ ਦੇ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਅਤੇ ਇਸ ਦੇ ਨਾਲ ਟਰੈਵਲਰਸ ਦੇ ਉੱਤੇ ਤੇ ਹੋਰਨਾਂ ਮਹਿਕਮਿਆਂ ਦੇ ਉੱਤੇ ਵਾਧੂ ਦਾ ਵਿੱਤੀ ਬੋਝ ਪੈ ਰਿਹਾ ਸੀ। ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਯੂਕਰੇਨ ਦੇ ਵਿੱਚ ਰੂਸ ਦੇ ਵੱਲੋਂ ਕੀਤੀ ਜਾ ਰਹੀ ਬੰਬਾਰੀ ਦੇ ਵਿੱਚ ਤਬਾਹ ਹੋਏ ਹਸਪਤਾਲ, ਸਕੂਲ, ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਤੇ ਵਿਖਰ ਤੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਵੱਲੋਂ ਜੰਗ ਦੇ ਝੰਬੇ ਮੁਲਕ ਦੇ ਉੱਤੋਂ ਨੋ ਫਲਾਈ ਜ਼ੋਨ ਬਣਾਉਣ ਦੀ ਅਪੀਲ ਦੇ ਬਾਵਜੂਦ ਕੈਨੇਡਾ ਦੇ ਕੁਝ ਸਖਤ ਫੈਸਲੇ ਲੈਣੇ ਪੈ ਰਹੇ ਨੇ। ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੇ ਮੈਂਬਰ ਮੁਲਕਾਂ, ਜਿਨ੍ਹਾਂ ਦੇ ਵਿੱਚ ਕੈਨੇਡਾ ਵੀ ਸ਼ਾਮਲ ਹੈ, ਉਹਨਾਂ ਨੇ ਪ੍ਰੈਜ਼ੀਡੈਂਟ ਵਲੋਦੀਮੀਰ ਜ਼ੈਲੈਂਸਕੀ ਦੀ ਯੂਕਰੇਨ ਦੇ ਉੱਤੇ ਨੋ ਫਲਾਈ ਜ਼ੋਨ ਬਣਾਉਣ ਦੀ ਅਪੀਲ ਖਾਰਜ ਕਰ ਦਿੱਤੀ ਹੈ, ਕਿਉਂਕਿ ਇਹਨਾਂ ਮੁਲਕਾਂ ਦਾ ਮੰਨਣਾ ਹੈ ਕਿ ਇਸ ਦੇ ਨਾਲ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਜਾਣਗੇ। ਐਲਨਸਟਨ, ਓਨਟਾਰੀਓ ਦੇ ਵਿੱਚ ਕੈਨੇਡਾ ਦੇ ਆਟੋਮੋਟਿਵ ਸੈਕਟਰ ਦੇ ਲਈ ਨਵੀਂ ਮਦਦ ਦਾ ਐਲਾਨ ਕਰਦਿਆਂ ਟਰੂਡੋ ਨੇ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨੋ ਫਲਾਈ ਜ਼ੋਨ ਦੇ ਨਾਲ ਯੂਕਰੇਨ ਦੇ ਵਿੱਚ ਹੋ ਰਹੀ ਤਬਾਹੀ ਦਾ ਸ਼ਾਇਦ ਨਾ ਰੁਕੇ, ਸਗੋਂ ਨਾਟੋ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੀਤੇ ਜਾਣ ਦੇ ਨਾਲ ਨਾਟੋ ਤੇ ਰੂਸ ਦੇ ਵਿਚਾਲੇ ਜੰਗ ਜ਼ਰੂਰ ਸ਼ੁਰੂ ਹੋ ਸਕਦੀ ਹੈ। ਇਹੋ ਜਿਹੇ ਹੀ ਵਿਚਾਰ ਸਕੱਤਰ ਜਨਰਲ ਸਟੋਲਟਨਬਰਗ ਨੇ ਇੱਕ ਵੱਖਰੀ ਨਿਊਜ਼ ਕਾਨਫਰੰਸ ਦੇ ਵਿੱਚ ਪ੍ਰਗਟਾਏ। ਜ਼ੈਲੈਂਸਕੀ ਦੀ ਅਜਿਹੀ ਬੇਨਤੀ ਦੇ ਕੁਝ ਘੰਟਿਆਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ $800 ਮਿਲੀਅਨ ਦੀ ਮਦਦ ਮੁਹੱਈਆ ਕਰਵਾਉਣ ਦੇ ਲਈ ਵਿਦੇਸ਼ ਮੰਤਰਾਲੇ ਨੂੰ ਖੁੱਲ੍ਹ ਦੇਣ ਵਾਲੇ ਦਸਤਾਵੇਜ਼ ਦੇ ਉੱਤੇ ਦਸਤਖਤ ਵੀ ਕੀਤੇ। ਇਸ ਤਹਿਤ ਯੂਕਰੇਨ ਦੇ ਐਂਟੀ ਏਅਰਕ੍ਰਾਫਟ ਸਿਸਟਮ, ਜਿਵੇਂ ਕਿ ਸਟ੍ਰਿੰਗਰ ਮਿਜ਼ਾਈਲਾਂ, ਡਰੋਨ ਤੇ ਹੋਰ ਗੋਲੀ ਸਿੱਕਾ, ਸ਼ਾਟਗਨਸ, ਮਸ਼ੀਨ ਗਨਸ, ਗ੍ਰੇਨੇਡ ਲਾਂਚਰਸ ਤੇ ਹੋਰ ਨਿੱਕੇ ਹਥਿਆਰ ਵੀ ਮੁਹੱਈਆ ਕਰਵਾਏ ਜਾਣਗੇ। ਉਧਰ ਮੰਗਲਵਾਰ ਨੂੰ ਟੈਕਸਸ ਦੇ ਵਿੱਚ ਹੋਏ ਹਾਦਸੇ ਦੇ ਵਿੱਚ ਓਨਟਾਰੀਓ ਦੇ ਗੋਲਫ ਦੇ 2 ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦਕਿ ਇਸ ਹਾਦਸੇ ਦੇ ਵਿੱਚ 9 ਲੋਕ ਮਾਰੇ ਗਏ ਨੇ। ਟੈਕਸਸ ਦੇ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਅਨੁਸਾਰ ਇਹ ਹਾਦਸਾ ਸਿਟੀ ਆਫ ਐਂਡਰੂ ਦੇ 15 ਕਿਲੋਮੀਟਰ ਪੂਰਬ ਵੱਲ ਰਾਤ 8:15 ਵਜੇ ਵਾਪਰਿਆ। ਅਧਿਕਾਰੀਆਂ ਦੇ ਅਨੁਸਾਰ ਡੋਜ਼ 2500 ਪਿਕਅਪ ਟਰੱਕ ਲੋ ਲੇਨ ਵਾਲੀ ਸੜਕ ਦੀ ਸੈਂਟਰ ਲਾਈਨ ਪਾਰ ਕਰਦਿਆਂ ਹੋਇਆ ਦੂਜੇ ਪਾਸੇ ਜਾ ਵੜਿਆ ਤੇ ਸਾਹਮਣੇ ਤੋਂ ਆ ਰਹੀ ਫੋਰਡ ਟ੍ਰਾਂਜ਼ਿਟ ਵੈਨ, ਜਿਸ ਦੇ ਵਿੱਚ ਯੂਨੀਵਰਸਿਟੀ ਆਫ ਸਾਊਥ ਵੈਸਟ ਦੀ ਮੇਨਸ ਨੇ ਵੂਮਨਸ ਗੋਲਫ ਟੀਮਾਂ ਸਵਾਰ ਸਨ, ਉਹਨਾਂ ਦੇ ਨਾਲ ਹੀ ਟਕਰਾਇਆ। ਟੱਕਰ ਐਨੀ ਜ਼ਬਰਦਸਤ ਸੀ ਕਿ ਦੋਵਾਂ ਗੱਡੀਆਂ ਨੂੰ ਅੱਗ ਲੱਗ ਗਈ ਸੀ। ਡੋਜ਼ 2500 ਪਿਕਅਪ ਟਰੱਕ ਦੇ ਵਿੱਚ ਸਵਾਰ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ। ਫੋਰਡ ਪੈਸੇਂਜਰ ਵੈਨ ਦੇ ਵਿੱਚ ਸਵਾਰ 6 ਵਿਦਿਆਰਥੀਆਂ ਤੇ ਇੱਕ ਫੈਕਲਟੀ ਮੈਂਬਰ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਦਿੱਤੀ। ਅਧਿਕਾਰੀਆਂ ਦੇ ਅਨੁਸਾਰ ਫੋਰਡ ਪੈਸੇਂਜਰ ਵੈਨ ਟੈਕਸਸ ਦੇ ਵਿੱਚ ਗੋਲਫ ਟੂਰਨਾਮੈਂਟ ਤੋਂ ਬਾਅਦ ਕੈਂਪਸ ਪਰਤ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੈਸੇਂਜਰ ਵੈਨ ਦੇ ਵਿੱਚ ਸਵਾਰ ਓਨਟਾਰੀਓ ਦੇ 2 ਵਿਦਿਆਰਥੀ ਹੀ ਜਿਉਂਦੇ ਬਚੇ ਸਨ, ਪਰ ਉਹਨਾਂ ਦੀ ਹਾਲਤ ਵੀ ਨਾਜ਼ੁਕ ਹੈ। ਹਾਦਸੇ ਤੋਂ ਬਾਅਦ ਉਹਨਾਂ ਨੂੰ ਲੁਬਕ ਦੇ ਵਿੱਚ ਯੂਨੀਵਰਸਿਟੀ ਮੈਡੀਕਲ ਸੈਂਟਰ ਲਿਜਾਇਆ ਗਿਆ। ਉਹਨਾਂ ਦੀ ਪਛਾਣ ਮਿਸੀਸਾਗਾ ਦੇ 19 ਸਾਲਾ ਡੇਟਨ ਪ੍ਰਾਈਸ ਤੇ ਕਿੰਗਸਟਨ ਦੇ ਨੇੜੇ ਐਮਹਰਸਟਿਊ ਦੇ 20 ਸਾਲਾ ਹੈਂਡਨ ਅੰਡਰਹਿਲ ਦੇ ਵਿੱਚੋਂ ਹੋਈ ਹੈ। ਉਧਰ ਹੋਲੀ ਦਾ ਤਿਉਹਾਰ ਸਿਰਫ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਪਿਆਰ ਅਤੇ ਇੱਕ ਦੂਜੇ ਦੇ ਵਿੱਚ ਮਿਠਾਸ ਪੈਦਾ ਕਰਨ ਵਾਲਾ ਤਿਉਹਾਰ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰੰਗਾਂ ਦਾ ਤਿਉਹਾਰ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ। ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੈਸ਼ਨ ਦੇ ਪਹਿਲੇ ਦਿਨ 117 ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਸੈਸ਼ਨ ਕਾਰਨ ਪੰਜਾਬ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ਤੇ ਹਾਜ਼ਰ ਰਹਿਣ ਦੇ ਲਈ ਕਿਹਾ
ਗਿਆ ਤਾਂ ਜੋ ਲੋੜ ਪੈਣ ਤੇ ਵੀਜ਼ ਦੇ ਕੰਮ ਤੇ ਤੁਰੰਤ ਹਾਜ਼ਰ ਹੋ ਸਕਣ। ਸਰਕਾਰ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਛੁੱਟੀ ਤੇ ਜਾਣਾ ਪੈਂਦਾ ਹੈ ਤਾਂ ਉਸ ਦੇ ਸਥਾਨ ਤੇ ਕੰਮ ਦੇ ਲਈ ਯੋਗ ਪ੍ਰਬੰਧ ਕੀਤੇ ਜਾਣ। उधर मध्य प्रदेश के जबलपुर ਦੇ ਵਿੱਚ ਅੱਜ ਆਰਥਿਕ ਅਪਰਾਧ ਸੈੱਲ ਦੇ ਨੇਤਾ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਦੇ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਵਿਰਾਜਮਾਨ ਡਾਕਟਰ ਜੋੜੇ ਦੇ ਘਰ ਛਾਪਾ ਮਾਰਿਆ ਗਿਆ। ਇਸ ਛਾਪੇਮਾਰੇ ਦੇ ਦੌਰਾਨ ਟੀਮ ਨੇ ਡਾਕਟਰ ਜੋੜੇ ਦੇ ਕੋਲ 5.44 ਕਰੋੜ ਦੀ ਬੇਨਾਮੀ ਜਾਇਦਾਦ ਦਾ ਖੁਲਾਸਾ ਕੀਤਾ। EOW ਜਬਲਪੁਰ ਦੇ ਪੁਲਿਸ ਸੁਪਰੀਡੈਂਟ ਦੇਵੇਂਦਰ ਸਿੰਘ ਰਾਜਪੂਤ ਨੇ ਦੱਸਿਆ ਕਿ ਜੋੜੇ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੀ ਸ਼ਿਕਾਇਤ ਮਿਲੀ ਸੀ। ਇਸ ਤੇ EOW ਦੇ COD ਕਾਲੋਨੀ ਅਤੇ MIG ਕਾਲੋਨੀ ਧਨਵੰਤੀ ਨਗਰ ਦੇ ਵਿੱਚ ਛਾਪਾ ਮਾਰਿਆ ਗਿਆ। ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਲਾਟ ਤੇ ਨਿਰਮਾਣ ਕੰਮ ਦੇ ਵਿੱਚ ਲਗਭਗ 2 ਕਰੋੜ 35 ਲੱਖ ਰੁਪਏ ਖਰਚ ਕੀਤੇ ਗਏ ਨੇ। ਬੈਂਕ ਖਾਤੇ ਤੇ ਇਨਵੈਂਟਰੀ ਦੇ ਸੰਬੰਧ ਦੇ ਵਿੱਚ ਜਾਂਚ ਜਾਰੀ ਹੈ। SP ਰਾਜਪੂਤ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਡਾਕਟਰ ਜੋੜੇ ਦੇ ਵੱਲੋਂ 5 ਕਰੋੜ 44 ਲੱਖ ਰੁਪਏ ਦੀ ਜਾਇਦਾਦ ਇਕੱਠੀ ਕਰਨਾ ਪਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਜੋੜੇ ਦੇ ਤਾਰ ਕਈ ਘੁਟਾਲਿਆਂ ਦੇ ਨਾਲ ਜੁੜੇ ਹੋ ਸਕਦੇ ਨੇ। ਜਿਸ ਸਮੇਂ EOW ਦੇ ਅਧਿਕਾਰੀ ਡਾਕਟਰ ਦੇ ਘਰ ਪਹੁੰਚੇ ਤਾਂ ਉਹਨਾਂ ਦਾ ਪਰਿਵਾਰ ਗੂੜੀ ਨੀਂਦ ਦੇ ਵਿੱਚ ਸੁੱਤਾ ਹੋਇਆ ਸੀ। ਘੰਟੀ ਵਜਾਉਣ ਤੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਜਦੋਂ ਪੁਲਿਸ ਅਧਿਕਾਰੀਆਂ ਨੂੰ ਵੇਖਿਆ ਗਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਟੀਮ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਉਹ EOW ਵਿਭਾਗ ਤੋਂ ਹਨ ਤੇ ਉਹਨਾਂ ਦੀ ਸੰਪत्ति ਦੀ ਜਾਂਚ ਕਰਨ ਆਏ ਨੇ। ਜੇਕਰ ਉਹ ਸਹਿਯੋਗ ਕਰਨ ਤਾਂ ਇਹ ਉਹਨਾਂ ਲਈ ਚੰਗਾ ਹੋਵੇਗਾ। उधर कोरोना वायरस तो बचाव के लिए अज तो 12 ਤੋਂ 14 साल तक के बच्चों को वैक्सीन लगनी शुरू हो गई है, पर हरियाणा के जिंद जिले के बच्चे इस सहूलत तो अज भी वांझे रहे क्योंकि पहला दिन बच्चों के लिए वैक्सीन नहीं पहुंची। जिंद के विच कोरोना वैक्सीन को लैके अधूरियां तैयारियां नजर आईयां। नोडल अधिकारी ने इसनूं लैके दस्सिया कि शाम तक जिले के वैक्सीन पहुंच जाएगी तो नाल ही नाल कल तो वैक्सीन लगाउण दा सिलसिला शुरू हो जाएगा। उन्होंने दस्सिया कि स्कूलों के माध्यम तो बच्चों को वैक्सीन लगाई जाएगी। इस तो इलावा 60 साल की उम्र तो भी वध दे बजुर्गों के लिए बूस्टर डोज भी कल तो लगनी शुरू कर दी जाएगी। जिले के सारे सेहत केंद्र ते बच्चों बजुर्गों को वैक्सीन लगाई जाएगी। तो अंदाज कि राष्ट्रीय टीकाकरण दिवस के मौके बुधवार यानी कि अज तो देश भर के 12 ਤੋਂ 14 साल तक के बच्चों का कोरोना टीकाकरण शुरू हो गया। इस उम्र वर्ग के लाभपात्र ने हैदराबाद स्थित बायोलॉजिकल के वलों विकसित कोर्बवैक्स टीका लगाया जाएगा। उधर खालसे दे जाहो जलाल दे प्रतीक होले महले की आरंभता वीरवार तो गुरु नगरी श्री आनंदपुर साहब तो की जाएगी। इस तो पहला 14 तो 16 मार्च तक कीरतपुर साहब विखे होला महला का पहला पड़ाव मनाया गया। 17 तो 19 मार्च तक श्री आनंदपुर साहब विखे दूजा पड़ाव पूरे खालसाई जाहो जलाल दे नाल यह पावन त्यौहार मनाया गया। इस संबंधी कौम की केंद्रीय संस्था श्रोमणी गुरुद्वारा प्रबंधक कमेटी और जिला प्रशासन के वलों पूरी तैयारी की गई है। देश विदेश तो लखां की गिनती संगतां तख्त श्री केसगढ़ साहब और होर गुरु घरां दे विच दर्शन दीदारे कर रही ने। इस संबंधी तख्त श्री केसगढ़ साहब के मैनेजर मलकीत सिंह और एडिशनल मैनेजर हरदेव सिंह ने दस्सिया कि देश विदेश तो लखां की गिनती के पुज रही संगतां के स्वागत के लिए सारियां तैयारियां मुकम्मल कर लिया गई ने। उन्होंने दस्सिया कि संगतां लई जिथे गुरु घर के आसानी के नाल मत्था टेकण के लिए योग प्रबंध किए गए हैं, उत्थे ही जोड़ा घर, गठड़ी घर, ठंडे पानी दीयां छबीलां, बिजली, पानी, कड़ाह, प्रसाद की देग, सरोवरां दे विच इशनान आदि के सारे प्रबंध मुकम्मल कर लिए गए हैं। गुरु घरां दे विच रंग रोगन ते रोशनी का सारा काम भी पूरा कर लिया गया ते बाहरों होर सेवादार भी मंगवाए गए हैं तां जो योग प्रबंध किए जा सकन। प्रशासन के वल्लों होले महल्ले के मौके पुख्ता प्रबंध किए गए हैं। संगतां की सहूलत के लिए ट्रैफिक रूट तैयार किए गए हैं तां जो शहर के अंदर जाम वाली स्थिति पैदा न हो। डिप्टी कमिश्नर सोनाली गिरी, SSP विवेकशील सोनी, मेला अफसर SDM केशव गोयल, DSP अजयवीर सिंह, थाना मुखी इंस्पैक्टर गुरमीत सिंह सारी स्थिति पर नज़र रख रहे हैं। उधर मौसम के होए बदलाव के नाल तापमान के वाधे के कारण लोग दुचित्ती दे विच ने। जेकर मार्च महीने के इन्नी गर्मी पैनी शुरू हो गई है तो इस शिखर ते रहेगी। गर्मियों का मौसम भाव जून और जुलाई के की हालात रहणगे ये शायद दसन की लोड़ नहीं है। दसन योग ये है कि जेकर पहले सीजन की गल करिए तो नवंबर की शुरुआत तक इन्नी ठंड नहीं सी पई, पर उस तो बाद दसंबर जनवरी के इन्नी ज़्यादा ठंड पै गई सी कि पिछले 10 सालों के पई सर्दी का रिकॉर्ड टुट गया सी। ये स्थिति गर्मियों को लैके भी दिखाई देन लगी है। जिवें मौसम ने अपनी रफ्तार बदली है उस तरह हुण लोकां नूं गर्मी पै रही है। मौसम विभाग तो प्राप्त जानकारी के अनुसार बुधवार सवेरे 8 बजे के करीब शहर का पारा 28 डिग्री के करीब पहुंच गया सी। इस तो बाद पूरे दिन का तापमान 38 डिग्री के आसपास रहने का अनुमान है। मौसम विभाग ने स्पष्ट किया कि हुण आने वाले दिनों के मौसम खुश्क और इस तरह गर्म रहने वाला है। माहिरां दा यह भी कहना है कि पिछले 2 सालों तो मौसम के आई तब्दीली तो साफ है कि आने वाले समय के ग्लोबल वार्मिंग मनुखी जाति के लिए घातक साबित होगी। गर्मी वधन के नाल पखे और कूलरां का दौर भी शुरू हो गया है। उधर बिजली निगम लिमिटेड के अधिकारित तौर पर कट लगाने शुरू कर दिए हैं। बीते दिनी पावरकॉम ने 32 मिलियन यूनिट की घाट पूरी करने वास्ते कट लगाए। पावरकॉम की रिपोर्ट के मुताबक पावरकॉम के कोल बीते दिनी बिजली की 1630 मिलियन यूनिट सी, जबकि सप्लाई 1598 मिलियन यूनिट सी, जिस कारण कट लगाने पे। इस रिपोर्ट के मुताबक पावरकॉम ने बीते दिनी 24 घंटे सप्लाई के 24 घंटे 22 मिनट के कट लगाए। सूत्रों की जेकर मनीए तो पावरकॉम झोने के सीजन के बिजली की मंग पूरी करने वास्ते बिजली खरीद समझौते करने जुटिया होया, पर बिजली कॉरीडोर की समर्था घट होने के कारण सूबे
ਸੂਬੇ ਨੂੰ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਸਕਦੀ। ਅਜਿਹੀ ਸੰਭਾਵਨਾ ਹੈ ਕਿ ਜੁਲਾਈ ਤੱਕ ਟਰਾਂਸਕੋ ਇਹ ਸਮਰੱਥਾ ਮੰਗ ਅਨੁਸਾਰ ਪੂਰੀ ਕਰਨ ਦੇ ਵਿੱਚ ਸਫਲ ਹੋਵੇਗਾ। ਇਸ ਵੇਲੇ ਪੰਜਾਬ ਦੇ ਥਰਮਲ ਪਲਾਂਟਾਂ ਦੇ ਨੂੰ ਕੋਲੇ ਦੀ ਘਾਟ ਦਾ ਸੰਕਟ ਦਰਪੇਸ਼ ਹੈ। ਇਸ ਵੇਲੇ ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਪਲਾਂਟ ਦੇ ਵਿੱਚ ਸਿਰਫ 0.5 ਦਿਨ ਦਾ ਕੋਲਾ ਬਚਿਆ ਹੈ। ਤਲਵੰਡੀ ਸਾਬੋ ਦੇ ਵਿੱਚ 1.8 ਦਿਨ ਦਾ ਤੇ ਰਾਜਪੁਰਾ ਥਰਮਲ ਪਲਾਂਟ ਦੇ ਕੋਲ 7.8 ਦਿਨ ਦਾ ਕੋਲਾ ਬਚਿਆ ਹੈ। ਇਸ ਵੇਲੇ ਕੋਲੇ ਦੀਆਂ ਦਰਾਂ ਵੀ ਆਸਮਾਨ ਤੇ ਚੜ ਚੁੱਕੀਆਂ ਨੇ। ਪੰਜਾਬ ਦੀ ਬਿਜਲੀ ਸਪਲਾਈ ਮੁੱਖ ਤੌਰ ਤੇ ਤਿੰਨੇ ਪ੍ਰਾਈਵੇਟ ਥਰਮਲਾਂ ਤੇ ਨਿਰਭਰ ਹੈ। ਸਰਕਾਰੀ ਖੇਤਰ ਦੇ ਪਲਾਂਟਾਂ ਨੂੰ ਪਾਵਰਕਾਮ ਨਾ ਬਰਾਬਰ ਉਤਪਾਦਨ ਲੈਂਦਾ ਹੈ। ਆਉਂਦੇ ਦਿਨਾਂ ਦੇ ਵਿੱਚ ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਹੋਰ ਵਧਣ ਦੇ ਆਸਾਰ ਨੇ। ਇਸ ਦੇ ਨਾਲ ਪਾਵਰਕਾਮ ਕਿਵੇਂ ਨਜਿੱਠਦਾ ਹੈ, ਇਸ ਤੇ ਸਭ ਦੀ ਨਜ਼ਰ ਰਹੇਗੀ। ਉਧਰ ਸ਼੍ਰੀਨਗਰ ਸ਼ਹਿਰ ਦੇ ਬਾਹਰੀ ਇਲਾਕੇ ਦੇ ਵਿੱਚ ਸੁਰੱਖਿਆ ਫੋਰਸਾਂ ਤੇ ਆਤੰਕਵਾਦੀਆਂ ਦੇ ਦਰਮਿਆਨ ਮੁਕਾਬਲੇ ਦੇ ਵਿੱਚ ਬੁੱਧਵਾਰ ਨੂੰ ਲਸ਼ਕਰ-ਏ-ਤੌਇਬਾ ਦੇ 3 ਆਤੰਕਵਾਦੀ ਮਾਰੇ ਗਏ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਨੌਗਾਮ ਇਲਾਕੇ ਦੇ ਵਿੱਚ ਆਤੰਕਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਤਲਾਸ਼ੀ ਮੁਹਿੰਮ ਚਲਾਈ। ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਆਤੰਕਵਾਦੀਆਂ ਨੇ ਸੁਰੱਖਿਆ ਫੋਰਸਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕੀਤੀ ਤੇ ਮੁਕਾਬਲਾ ਸ਼ੁਰੂ ਹੋ ਗਿਆ। ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ ਕਿ ਆਤੰਕਵਾਦੀਆਂ ਦੀ ਪਛਾਣ ਸ਼ੋਪੀਆ ਦੇ ਆਦਿਲ ਤੇਲੀ ਅਤੇ ਸਾਗਿਬ ਤਾਂਤਰੇ ਵਜੋਂ ਹੋਈ ਹੈ। ਤੀਜਾ ਆਤੰਕਵਾਦੀ ਸ਼ਾਇਦ ਉਮਰ ਤੇਲੀ ਹੈ। ਅਸੀਂ ਪਛਾਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ। ਇਹ ਤਿੰਨੋਂ ਲਸ਼ਕਰ-ਏ-ਤੌਇਬਾ ਦੇ ਸਥਾਨਕ ਆਤੰਕਵਾਦੀ ਨੇ। ਉਹਨਾਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਇੱਕ AK-47 ਅਤੇ 2 ਬੰਦੂਕਾਂ ਬਰਾਮਦ ਹੋਈਆਂ ਨੇ। ਆਈਜੀਪੀ ਨੇ ਵੀ ਦੱਸਿਆ ਕਿ ਤਿੰਨੋਂ ਸ਼ਹਿਰ ਦੇ ਖੋਨਮੋ ਇਲਾਕੇ ਦੇ ਵਿੱਚ 9 ਮਾਰਚ ਨੂੰ ਹੋਏ ਇੱਕ ਸਰਪੰਚ ਦੇ ਕਤਲ ਦੇ ਵਿੱਚ ਸ਼ਾਮਲ ਨੇ। ਉਹ ਪੰਚਾਇਤੀ ਰਾਜ ਸੰਸਥਾ ਦੇ ਮੈਂਬਰਾਂ ਤੇ ਸੁਰੱਖਿਅਤ ਲੋਕਾਂ ਦੇ ਹਮਲੇ ਕਰਦੇ ਸਨ। ਕੁਮਾਰ ਨੇ ਵੀ ਕਿਹਾ ਕਿ ਇਹ ਮੁਹਿੰਮ ਪੁਲਿਸ ਦੇ ਲਈ ਇੱਕ ਵੱਡੀ ਸਫਲਤਾ ਹੈ। ਅਸੀਂ ਬਡਗਾਮ ਦੇ ਵਿੱਚ ਸੂਬਾਈ ਫੌਜ ਦੇ ਇੱਕ ਜਵਾਨ ਸਮੇਤ CRPF ਦੇ ਜਵਾਨਾਂ ਤੇ ਸਰਪੰਚਾਂ ਆਦਿ ਦੀਆਂ ਹਾਲ ਦੀਆਂ ਹੱਤਿਆਵਾਂ ਦੇ ਵਿੱਚ ਸ਼ਾਮਲ ਸਾਰੇ ਮੋਡਿਊਲ ਦਾ ਭਾਂਡਾ ਭੰਨ ਦਿੱਤਾ ਹੈ। ਉਹਨਾਂ ਨੇ ਵੀ ਕਿਹਾ ਕਿ ਪਾਕਿਸਤਾਨ ਨਹੀਂ ਚਾਹੁੰਦਾ ਕਿ ਲੋਕਤੰਤਰ ਪ੍ਰਕਿਰਿਆ ਜਾਂ ਵਿਕਾਸ ਜਾਰੀ ਰਹੇ। ਇਸ ਲਈ ਪੰਚਾਇਤ ਸਰਪੰਚਾਂ ਨੂੰ ਨਿਸ਼ਾਨਾ ਬਣਾ ਰਹੇ ਨੇ, ਪਰ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਾਂ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ 7 ਦੇ ਨਾਲ।